ਸਤਿ ਸ਼੍ਰੀ ਅਕਾਲ ਜੀ। ਵਾਇਸ ਆਫ ਇੰਡੀਆ 'ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ MP ਸਿੰਘ। ਅੱਜ ਸਾਡੇ ਨਾਲ ਹੋਮਿਓਪੈਥੀ ਸਿਸਟਮ ਦੇ ਉੱਤੇ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਪ੍ਰੋਫੈਸਰ RS ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ। ਸਤਿ ਸ਼੍ਰੀ ਅਕਾਲ MP ਸਿੰਘ ਜੀ। ਬਰਾੜ ਸਾਹਿਬ, ਹੋਮਿਓਪੈਥੀ ਸਿਸਟਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਕਿ ਆਮ ਤੌਰ 'ਤੇ ਅਸੀਂ ਜਦੋਂ ਕਿਸੇ ਵੀ ਘਰ ਬਿਮਾਰੀ ਹੁੰਦੀ ਆ ਅਤੇ ਉਹਦੇ ਇਲਾਜ ਵਾਸਤੇ ਤੱਟ ਫੱਟ ਇਲਾਜ ਚਾਹੁੰਦੇ ਹਾਂ ਵੀ ਛੇਤੀ ਠੀਕ ਹੋ ਜਾਈਏ। ਛੇਤੀ ਠੀਕ ਕਰਨ ਦਾ ਇੱਕੋ ਇੱਕ ਤਰੀਕਾ ਵੀ ਜਿਹੜੀ ਆ ਐਲੋਪੈਥਿਕ ਦਵਾਈ ਲਈ ਜਾਵੇ, ਗੋਲੀਆਂ ਕੈਪਸੂਲ ਖਾਧੀਆਂ ਜਾਣ, ਵੱਧ ਤੋਂ ਵੱਧ ਕੋਈ ਇੰਨੇ ਟੀਕਾ ਲਵਾ ਲਿਆ ਜਾਵੇ। ਪਰ ਹੋਮਿਓਪੈਥੀ ਦੇ ਬਾਰੇ ਇਹ ਪ੍ਰਭਾਵ ਪਹਿਲਾਂ ਰਿਹਾ ਵੈਸੇ ਕਿ ਇਹ ਸਹਿਜ ਮਤੇ ਨਾਲ ਕੰਮ ਕਰਨ ਵਾਲੀ ਜਿਹੜੀ ਦਵਾਈ ਆ, ਕਈ ਤੈਨੂੰ ਮਿੱਠੀਆਂ ਗੋਲੀਆਂ ਹੀ ਕਹਿੰਦੇ ਰਹੇ ਵੀ ਨਹੀਂ ਫਾਇਦਾ ਫੂਦਾ ਤਾਂ ਕੁਛ ਨਹੀਂ ਹੋਣਾ, ਮਿੱਠੀਆਂ ਗੋਲੀਆਂ ਹੀ, ਜਾਂ ਕਹਿੰਦੇ ਉਹਨੇ ਬਹੁਤ ਦੇਰ ਦਵਾਈ ਖਾਧੀ ਕੋਈ ਫਰਕ ਨਹੀਂ ਪਿਆ, ਇਸ ਤਰੀਕੇ ਦੀ ਗੱਲ। ਪਰ ਹੁਣ ਜਦੋਂ ਲੋਕਾਂ 'ਚ ਅਵੇਅਰਨੈਸ ਆਉਣੀ ਸ਼ੁਰੂ ਹੋਈ ਹੈ ਤਾਂ ਇਹ ਗੱਲ ਦਾ ਪ੍ਰਭਾਵ ਬਦਲ ਇਹ ਗਿਆ ਵੀ ਕਰੋਨਿਕ ਤੋਂ ਕਰੋਨਿਕ ਬਿਮਾਰੀਆਂ ਦਾ ਇਲਾਜ ਹੋਮਿਓਪੈਥੀ ਵਿੱਚ ਸੰਭਵ ਹੈ। ਬਹੁਤ ਸਾਰੇ ਲੋਕ ਜਿਹੜੇ ਆ ਜੀ ਉਹ ਜਦੋਂ ਕਿ ਮੈਨੂੰ ਹੋਮਿਓਪੈਥੀ ਦਾ ਪਤਾ ਲੱਗਾ ਉਦੋਂ ਸ਼ੌਕ ਨਾਲ ਪੜ੍ਹਦੇ ਹੁੰਦੇ ਸੀ ਅਤੇ ਸ਼ੌਕ ਨਾਲ ਹੀ ਕੰਮ ਕਰਦੇ ਹੁੰਦੇ ਸੀਗੇ। ਬਹੁਤ ਸਾਰੇ ਡਾਕਟਰ ਪਿੰਡਾਂ ਵਿੱਚ ਜਾਂ ਛੋਟੇ ਕਸਬਿਆਂ 'ਚ ਹੋਮਿਓਪੈਥੀ ਦੇ ਹੁੰਦੇ ਸੀ, ਉਹਨਾਂ ਦੀ ਕੋਲ ਕੋਈ ਸਪੈਸੀਫਿਕ ਡਿਗਰੀ ਨਹੀਂ ਸੀ ਹੁੰਦੀ। ਭਾਵੇਂ ਹੁਣ ਹੋਮਿਓਪੈਥੀ ਦੀ ਜਿਹੜੀ ਡਾਕਟਰਾਂ ਦੀ ਡਿਗਰੀ ਆ ਉਹ MBBS ਜਾਂ GMS ਦੇ ਬਰਾਬਰ ਹੀ ਗਿਣੀ ਗਈ ਹੈ। ਜਿੰਨੀ ਕੁ ਇੰਪੋਰਟੈਂਸ MBBS ਡਾਕਟਰ ਕਰਨ ਵਾਲਿਆਂ ਦੀ ਹੈ, ਡਾਕਟਰੀ ਕਰਨ ਵਾਲਿਆਂ ਦੀ ਹੈ, ਉਨੀ ਕੁ GMS ਵਾਲਿਆਂ ਦੀ ਹੈ, ਉਨੀ ਕੀ ਹੋਮਿਓਪੈਥੀ ਵਾਲੇ ਕਰਨ ਵਾਲਿਆਂ ਦੀ ਹੈ। ਇਹ ਸਿਸਟਮ 'ਚ ਕੀ ਹੈਗਾ, ਇਹ ਨਿਵੇਕਲੀ ਗੱਲ ਕਿਹੜੀ ਹੈ ਜਿਹੜੀ ਆਪਾਂ ਜਿਹਦਾ ਜ਼ਿਕਰ ਕਰ ਸਕੀਏ? ਸਰਦਾਰ MP ਸਿੰਘ ਜੀ, ਮੈਂ ਹੋਮਿਓਪੈਥੀ ਦਾ ਬੜਾ ਉਪਾਸ਼ਕ ਰਿਹਾ ਸ਼ੁਰੂ ਤੋਂ ਔਰ ਅੱਜ ਤੱਕ ਵੀ। ਮੈਂ ਜੇ ਕਹਾਂ ਆਪਣੇ ਆਪ ਨੂੰ ਕਿ ਮੈਂ ਇਹਦਾ ਸਟੂਡੈਂਟ ਹਾਂ ਹੋਮਿਓਪੈਥੀ ਦਾ। ਠੀਕ ਹੈ ਜੀ। ਮੈਂ 70s ਦੇ ਵਿੱਚ ਹੋਮਿਓਪੈਥੀ ਪੜ੍ਹਨੀ ਸ਼ੁਰੂ ਕੀਤੀ ਸੀਗੀ ਅਤੇ ਅੱਜ ਬਹੁਤ ਲੰਬਾ ਅਰਸਾ ਹੋ ਗਿਆ। ਜੋ ਮੈਂ ਮਹਿਸੂਸ ਕੀਤਾ ਪੜ੍ਹਨ ਤੋਂ ਬਾਅਦ ਕਿ ਇਹ ਇੱਕ ਰਿਲਾਇਬਲ ਸਿਸਟਮ ਆਫ ਮੈਡੀਸਿਨ ਹੈ, ਇਹਦੇ 'ਤੇ ਟਰਸਟ ਕੀਤਾ ਜਾ ਸਕਦਾ ਹੈਗਾ। ਠੀਕ ਹੈ ਜੀ। ਦੂਸਰਾ ਇਹ ਹੈਗਾ ਕਿ ਇਹ ਸਿਸਟਮ ਜਿਹੜਾ ਹੈਗਾ ਆਪਣੇ ਆਪ ਵਿੱਚ ਇੱਕ ਸੰਪੂਰਨ ਸਿਸਟਮ ਹੈ, ਕੰਪਲੀਟ ਸਿਸਟਮ ਹੈ। ਇਹ ਕਿਸੇ ਦਾ ਕੰਪਲੀਮੈਂਟਰੀ ਨਹੀਂ ਹੈਗਾ, ਨਾ ਕਿਸੇ ਦਾ ਸਪਲੀਮੈਂਟਰੀ ਹੈ, ਨਾ ਹੀ ਇਸ ਸਿਸਟਮ ਦਾ ਕਿਸੇ ਨਾਲ ਕਲੈਸ਼ ਹੈ। ਠੀਕ ਹੈ। ਆਲਟਰਨੇਟਿਵ ਸਿਸਟਮ ਆਫ ਮੈਡੀਸਿਨ ਦੇ ਵਿੱਚ ਆਯੁਰਵੈਦਿਕ ਹੈ, ਕੋਈ ਮੈਗਨੈਟੋਥੈਰੇਪੀ ਕਰਦੇ ਨੇ, ਇੱਕ ਬਾਇਓਕੈਮਿਕ ਸਿਸਟਮ ਹੈ ਜਿਹਦੇ 'ਚ ਕਿ 12 ਸਾਲਟ ਹੁੰਦੇ ਹੈ, ਡਾਕਟਰ ਬੈਚ ਦੀਆਂ ਫਲਾਵਰ ਰੈਮੀਡੀਜ਼ ਨੇ। ਮੈਂ ਤਕਰੀਬਨ ਸਾਰੇ ਸਿਸਟਮ ਹੀ ਪੜ੍ਹੇ ਆ, ਮੇਰਾ ਸ਼ੌਕ ਸੀਗਾ। ਠੀਕ ਹੈ। ਤੋ ਜਿਹੜਾ ਸਿਸਟਮ ਹੈ ਹੋਮਿਓਪੈਥਿਕ ਦਾ, ਇਹਦੇ ਸਰਟਨ ਪ੍ਰਿੰਸੀਪਲਸ ਨੇ ਔਰ ਇਹ ਪ੍ਰਿੰਸੀਪਲਸ ਬੇਸਡ ਹੈਗਾ, ਔਰ ਇਹਦੀਆਂ ਜਿਹੜੀਆਂ ਮੈਡੀਸਿਨਸ ਦੀ ਪ੍ਰੈਪਰੇਸ਼ਨ ਹੈਗੀ ਹੈ ਉਹ ਪ੍ਰੋਪਰ ਫਾਰਮਾਕੋਪੀਆ ਦੇ ਮੁਤਾਬਕ ਬਣਾਈਆਂ ਜਾਂਦੀਆਂ ਨੇ। ਠੀਕ ਹੈ। ਔਰ ਇਸ ਸਿਸਟਮ ਦੀ ਜਿਹੜੀ ਨਾ ਖੂਬਸੂਰਤੀ ਇਹ ਹੈਗੀ ਆ ਕਿ ਜਿਹੜੇ ਡਾਕਟਰ ਹਾਇਰਿੰਗ ਹੋਏ ਨੇ ਉਹਨਾਂ ਨੇ ਜਿਹੜੀਆਂ ਮੈਡੀਸਿਨ ਸੀ ਉਹ ਆਪਣੇ ਉੱਪਰ, ਆਪਣੀ ਫੈਮਿਲੀ ਦੇ ਉੱਪਰ ਅਤੇ ਫਿਰ ਉਹਨਾਂ ਨੇ ਆਪਣੇ ਦੋਸਤਾਂ ਦੇ ਉੱਪਰ ਪ੍ਰੂਵ ਕੀਤੀਆਂ ਨੇ। ਉਹਨਾਂ ਬਾਰੇ ਕਿਹਾ ਜਾਂਦਾ ਸੀ ਉਹ ਤਾਂ ਖੁਦ ਜਿਹੜੇ ਸੀ ਐਲੋਪੈਥਿਕ ਡਾਕਟਰ ਸੀਗੇ ਪਹਿਲਾਂ। ਬਿਲਕੁਲ, ਕਿਉਂਕਿ ਹੋਮਿਓਪੈਥੀ ਜਿਹੜੀ ਹੈਗੀ ਆ ਪਹਿਲਾਂ ਸਿਸਟਮ ਹੈ ਨਹੀਂ ਸੀ। ਡਾਕਟਰ ਹਨੀਮਾਨ ਸੀਗੇ, ਉਹ ਆਪ ਸੀਗੇ, ਜਿਹੜੇ ਉਹਨਾਂ ਦੇ ਅੱਗੇ ਫੋਲੋਵਰ ਸੀਗੇ ਤਕਰੀਬਨ ਉਹ ਸਾਰੇ ਮੈਡੀਸਿਨ ਤੋਂ ਇੱਧਰ ਕਨਵਰਟ ਹੋਏ ਸੀਗੇ। ਕਿਉਂਕਿ ਉਸ ਟਾਈਮ ਵੀ ਜਿਹੜਾ ਐਲੋਪੈਥਿਕ ਸਿਸਟਮ ਸੀਗਾ ਉਹਦੇ ਵਿੱਚ ਵੀ ਕਮੀਆਂ ਸੀਗੀਆਂ। ਤਾਂ ਇਹ ਡਾਕਟਰ ਹਨੀਮਾਨ ਨੇ ਕਿਹਾ ਕਿ ਮੇਰੇ ਪ੍ਰਿੰਸੀਪਲਸ ਡਿਫਰੈਂਟ ਨੇ। ਠੀਕ ਹੈ। ਕਿ ਮੈਂ ਬੈਕਟੀਰੀਅਲ ਇਨਫੈਕਸ਼ਨ ਨੂੰ ਨਹੀਂ ਮੰਨਦਾ, ਮੈਂ ਬੇਸ ਮੰਨਦਾ ਕਿ ਜਿਹੜਾ ਮਨੁੱਖ ਹੈ ਨਾ ਉਹ ਬਿਮਾਰ ਕਿਵੇਂ ਹੁੰਦਾ। ਉਹਨਾਂ ਨੇ ਇਹ ਸੋਚਿਆ ਵਜ੍ਹਾ ਕੀ ਹੈ। ਤਾਂ ਉਹਨਾਂ ਨੇ ਉਹਦੇ ਉੱਤੇ ਰਿਸਰਚ ਕੀਤੀ। ਰਿਸਰਚ ਕਰਨ ਤੋਂ ਬਾਅਦ ਉਹਨਾਂ ਨੇ ਬਹੁਤ ਬੁੱਕਸ ਲਿਖੀਆਂ। ਬੁੱਕਸ ਲਿਖਣ ਤੋਂ ਬਾਅਦ ਉਹਨਾਂ ਨੇ ਫਿਰ ਮੈਡੀਸਿਨਸ ਨੂੰ ਹਰ ਬੰਦੇ ਦੇ ਉੱਪਰ ਬੁਲਾ ਕੇ ਉਹਨੂੰ 20-20, 25-25 ਦਿਨ ਉਹ ਮੈਡੀਸਿਨ ਦਿੱਤੀ। ਫਿਰ ਉਹ ਪ੍ਰੂਵਿੰਗ ਹੋਈ, ਫਿਰ ਉਹਦੇ ਵਿੱਚ ਸਿੰਪਟਮਸ ਆਏ। ਉਹ ਸਿੰਪਟਮਸ ਉਸ ਤੋਂ ਬਾਅਦ ਉਹਨਾਂ ਨੇ ਮੈਡੀਸਿਨ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਵਿੱਚ ਦੇਖੇ ਅਤੇ ਫਿਰ ਉਹਨਾਂ ਨੂੰ ਕਿਉਰ ਕੀਤਾ। ਅਤੇ ਉਹ ਇੱਕ ਫੁੱਲ ਫਲੈਡ ਜਿਹੜਾ ਹੈਗਾ ਜਿਹਨੂੰ ਕਹਿ ਸਕਦੇ ਹੈਰਿੰਗ ਦੇ ਜਿਹੜੇ ਸਿੰਪਟਮਸ ਨੇ, ਮਟੀਰੀਆ ਮੈਡਿਕਸ ਨੇ, ਡਾਕਟਰ ਕੈਂਟ ਦੀ ਰੈਪਰਟਰੀਜ਼ ਨੇ, ਉਹਨਾਂ ਦੇ ਲੈਕਚਰਸ ਨੇ, ਇਹ ਸਾਰਾ ਇੱਕ ਲਿਟਰੇਚਰ ਜਿਹੜਾ ਸੀਗਾ ਉਹਨਾਂ ਨੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਦਿੱਤਾ। ਦੋ ਗੱਲਾਂ ਜੀ ਮੇਰੇ ਸਵਾਲ ਤੋਂ। ਇੱਕ ਤਾਂ ਇਹ ਕਿਹਾ ਜਾਂਦਾ ਜੀ, ਕਿੱਥੋਂ ਤੱਕ ਠੀਕ ਹੈ ਤੁਸੀਂ ਦੱਸੋਗੇ, ਕਿ ਹੋਮਿਓਪੈਥੀ ਦੇ ਪ੍ਰੈਕਟੀਸ਼ਨਰ ਜਾਂ ਡਾਕਟਰ ਜਿਹਨਾਂ ਨੂੰ ਕਹਿੰਦੇ ਆਪਾਂ
ਉਹ ਡਾਕਟਰ ਜਿਹੜੇ ਆ ਉਹ ਕਿਸੇ ਪਰਟੀਕੂਲਰ ਬਿਮਾਰੀ ਦਾ ਇਲਾਜ ਨਹੀਂ ਕਰਦੇ, ਬਿਮਾਰ ਦਾ ਇਲਾਜ ਕਰਦੇ। ਤਾਂ ਹੀ ਉਹ ਕਈ ਵਾਰੀ ਇੱਦਾਂ ਦੀ ਹਿਸਟਰੀ ਪੁੱਛਦੇ ਆ ਪੇਸ਼ੈਂਟ ਦੀ, ਅਤੇ ਉਹ ਹਿਸਟਰੀ ਦੱਸਣ ਲੱਗਿਆ ਕਈ ਵਾਰੀ ਇੱਦਾਂ ਲੱਗਦਾ ਯਾਰ ਪਤਾ ਨਹੀਂ ਕਿਉਂ ਪੁੱਛੀ ਜਾਂਦੇ ਇੱਦਾਂ ਦੀਆਂ ਗੱਲਾਂ। ਹਾਂਜੀ, ਮਿੱਠਾ ਖਾਂਦੇ ਆ ਕਿ ਨਮਕੀਨ ਖਾਂਦੇ ਆ, ਤੁਹਾਨੂੰ ਠੰਡ ਚੰਗੀ ਲੱਗਦੀ ਹੈ ਕਿ ਗਰਮੀ ਚੰਗੀ ਲੱਗਦੀ, ਧੁੱਪ ਚੰਗੀ ਲੱਗਦੀ ਕਿ ਛਾਂ ਚੰਗੀ ਲੱਗਦੀ, ਸਿੱਧੇ ਸੌਂਦੇ ਹੋ ਕਿ ਮੁੱਧੇ ਸੌਂਦੇ ਹੋ, ਇਹੋ ਜਿਹੀਆਂ ਗੱਲਾਂ। ਇਹਨਾਂ ਦਾ ਕੋਈ ਬਿਮਾਰੀਆਂ ਨਾਲ ਲਿੰਕ ਹੁੰਦਾ? ਇਸ ਕੰਟੈਕਸਟ ਵਿੱਚ ਨਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਮਰੀਜ਼ ਹੈ ਜਦੋਂ ਉਹਨੇ ਹੋਮੋਪੈਥਿਕ ਡਾਕਟਰ ਕੋਲ ਜਾਣਾ ਹੈਗਾ, ਉਹਨੂੰ ਆਪਣੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਲਿਖ ਕੇ ਲੈ ਕੇ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਮੌਕੇ 'ਤੇ ਪੇਸ਼ੈਂਟ ਜਿਹੜਾ ਉਹ ਗੱਲਾਂ ਭੁੱਲ ਜਾਂਦਾ ਹੈ। ਇੱਕ ਤਾਂ ਮੇਰੀ ਇਹ ਐਡਵਾਈਸ ਹੈਗੀ। ਸੈਕੰਡਲੀ, ਆਪਣੀ ਹੈਲਥ ਹਿਸਟਰੀ ਅਤੇ ਆਪਣੇ ਪੇਰੈਂਟਸ ਦੀ ਹੈਲਥ ਹਿਸਟਰੀ ਜਿਹੜੀ ਹੈਗੀ ਆ ਪਤਾ ਹੋਣਾ ਚਾਹੀਦਾ, ਉਹ ਉਸਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਜਿਹੜੀ ਬਿਮਾਰੀ ਆਉਂਦੀ ਆ ਨਾ, ਉਹ ਕੁਝ ਤਾਂ ਜੈਨੇਟਿਕ ਹੁੰਦੀ ਆ, ਕੁਝ ਉਹਦੇ ਉੱਪਰ ਸਰਕਮਸਟਾਂਸਿਸ ਜਿਹੜੇ ਹੈਗੇ ਆ ਉਹ ਪਲਾਂਟ ਕਰ ਦਿੰਦੇ ਹੈਗੇ। ਠੀਕ ਹੈ। ਜਿਹੜਾ ਤੁਸੀਂ ਦੂਸਰਾ ਕਿਹਾ ਕਿ ਹੋਮੋਪੈਥਿਕ ਡਾਕਟਰ ਪੁੱਛਦੇ ਨੇ ਵੈਦਰ ਦੱਸ ਰਿਹਾ ਤੁਹਾਡੇ ਸੁਪਨੇ ਕੈਸੇ ਨੇ, ਇਹ ਬਿਲਕੁਲ ਇਸ ਦਾ ਕਾਰਨ ਇਹ ਹੈਗਾ ਕਿ ਜਿਹੜੀਆਂ ਮੈਡੀਸਿਨਸ ਨੇ, ਜਿਹੜੀਆਂ ਡਾਕਟਰ ਨੇ ਪੜ੍ਹੀਆਂ ਹੋਈਆਂ ਨੇ, ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਮੈਂ ਕਿਹੜੀ ਮੈਡੀਸਿਨ ਸਿਲੈਕਟ ਕਰਨੀ ਹੈ ਅਤੇ ਇਹਦੇ ਵਿੱਚੋਂ ਮੈਂ ਕਿਹੜੀ ਗੱਲ ਉਹਨਾਂ ਨੂੰ ਪੁੱਛਣੀ ਹੈਗੀ ਆ। ਫਾਰ ਐਗਜ਼ਾਮਪਲ ਤੁਹਾਨੂੰ ਦੱਸਦਾ ਕਿ ਅਸਥਮੈਟਿਕ ਪੇਸ਼ੈਂਟ ਜਦੋਂ ਆਉਂਦਾ, ਉਹ ਆ ਕੇ ਕਹਿੰਦਾ ਜੀ ਮੈਨੂੰ ਸਾਹ ਹੁੰਦਾ, ਮੈਨੂੰ ਰਾਤ ਨੂੰ ਅਟੈਕ ਹੋ ਜਾਂਦਾ, ਤਾਂ ਡਾਕਟਰ ਦੇ ਮਨ ਵਿੱਚ 3-4 ਮੈਡੀਸਿਨਸ ਆਉਂਦੀਆਂ ਨੇ, ਤਾਂ ਉਹ ਸੋਚਦੇ ਆ ਵੀ ਫਿਰ ਮੈਂ ਇਹਨਾਂ ਨੂੰ ਕਨਫਰਮ ਕਰਾਂ। ਫਿਰ ਉਹ ਪੁੱਛਣਗੇ ਵੀ ਤੁਸੀਂ ਇਹ ਦੱਸੋ ਵੀ ਤੁਹਾਡੇ ਅਟੈਕ ਦਾ ਟਾਈਮ ਕੀ ਹੈ। ਇੱਕ ਮੈਡੀਸਿਨ 'ਚ ਜਿਹੜਾ ਅਟੈਕ ਦਾ ਟਾਈਮ ਹੈ ਉਹ 12 ਵਜੇ ਤੋਂ 1 ਵਜੇ 2 ਵਜੇ ਤੱਕ ਹੈ। ਠੀਕ ਹੈ। ਇੱਕ ਐਸੀ ਮੈਡੀਸਿਨ ਹੈ ਜਿਹਦਾ ਅਟੈਕ ਹੈਗਾ ਉਹ 3 ਵਜੇ ਹੁੰਦਾ। ਇੱਕ ਐਸੀ ਮੈਡੀਸਿਨ ਹੈ ਜਿਹਦਾ ਅਟੈਕ 4 ਵਜੇ ਹੁੰਦਾ। ਉਹ ਡਾਕਟਰ ਉਸ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਕਿ ਮੈਂ ਇਸ ਦੀ ਠੀਕ ਮੈਡੀਸਿਨ ਲਾ, ਕਿਉਂਕਿ ਡਾਕਟਰ ਨੂੰ ਤਾਂ ਸਾਰੀ ਗੱਲ ਪਤਾ ਹੁੰਦੀ ਹੈ ਇਸ ਮੈਡੀਸਿਨ। ਫਾਰ ਐਗਜ਼ਾਮਪਲ ਜਿਵੇਂ ਆਰਸੈਨਿਕ ਮੈਡੀਸਿਨ ਹੈ, ਉਹਦੀਆਂ ਐਗਰੇਵੇਸ਼ਨਸ ਜਿਹੜੀਆਂ ਨੇ ਰਾਤ ਨੂੰ ਹੁੰਦੀਆਂ ਨੇ, 12-1 ਵਜੇ ਹੁੰਦੀਆਂ ਨੇ। ਕਾਲੀ ਕਾਰਬ ਹੈ, ਉਹਦੀਆਂ 3 ਵਜੇ ਹੁੰਦੀਆਂ ਨੇ। ਤਾਂ ਡਾਕਟਰ ਆਰਸੈਨਿਕ ਤੇ ਕਾਲੀ ਕਾਰਬ ਦੇ ਵਿੱਚੋਂ ਜੇ ਲੱਭਣੀ ਚਾਹੁੰਦੇ ਆ ਤਾਂ ਉਹ ਤੁਹਾਡੇ ਟਾਈਮਿੰਗ ਪੁੱਛ ਲੈਂਦੇ ਨੇ। ਪ੍ਰੋਫੈਸਰ, ਆਮ ਤੌਰ 'ਤੇ ਗੱਲ ਹੁੰਦੀ ਹੈ ਕਿ ਜਦੋਂ ਦੂਜੀਆਂ ਪੈਥੀ ਜਿਹੜੀਆਂ ਉਹਨਾਂ ਤੋਂ ਬੰਦਾ ਹੰਭ ਜਾਂਦਾ, ਅੱਕ ਜਾਂਦਾ, ਇਲਾਜ ਨਹੀਂ ਹੁੰਦਾ, ਫਿਰ ਹੋਮੋਪੈਥੀ ਵੱਲ ਨੂੰ ਤੁਰਦਾ। ਇਹ ਕਈ ਵਾਰੀ ਇਸੇ ਪ੍ਰੋਸੈਸ ਵਿੱਚ ਬਿਮਾਰੀ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਆ, ਹੋਰ ਕਰੋਨਿਕ ਹੁੰਦੀ ਜਾਂਦੀ ਹੈ। ਇਹ ਕੀ ਮਸਲਾ? ਉਦੋਂ ਚਾਂਸਿਸ ਹੁੰਦੇ ਠੀਕ ਹੋਣ ਦੇ? ਦੇਖੋ, ਜੋ ਰਿਜ਼ਲਟਸ ਨੇ, ਜਿੰਨਾ ਚਿਰ ਤੁਹਾਡੇ ਅੰਦਰ ਪੈਥੋਲੋਜੀਕਲ ਚੇਂਜਸ ਨਹੀਂ ਆਈਆਂ ਗਈਆਂ। ਪੈਥੋਲੋਜੀਕਲ ਚੇਂਜਸ ਇਸ ਕਹਿੰਦੇ ਕਿ ਜਦੋਂ ਕਿ ਕੋਈ ਤੁਹਾਡੇ ਲਿਵਰ ਹੈ, ਤੁਹਾਡੀਆਂ ਕਿਡਨੀਜ਼ ਹੈ, ਉਹ ਥੋੜ੍ਹੀਆਂ ਖਰਾਬ ਹੋ ਚੁੱਕੀਆਂ ਨੇ, ਸਟਾਰਟ ਹੋਈਆਂ ਨੇ। 20 ਈਅਰਸ ਤੱਕ ਜਿਹੜੇ ਹੁੰਦੇ ਆ ਵਿਅਕਤੀ, ਉਹ ਤਕਰੀਬਨ ਤੰਦਰੁਸਤ ਹੁੰਦੇ ਨੇ, ਉਹਨਾਂ ਵਿੱਚ ਫੰਕਸ਼ਨਲ ਚੇਂਜਸ ਹੁੰਦੀਆਂ ਨੇ। ਠੀਕ ਹੈ। 20 ਤੋਂ 30 ਤੱਕ ਫਿਰ ਥੋੜ੍ਹੇ ਬਹੁਤੇ ਹੋਰ ਵਿੱਚ ਹੁੰਦੇ ਨੇ, 40 ਤੇ ਬਾਕੀ ਦੇ ਕਾਫੀ ਚੇਂਜਸ ਆ ਜਾਂਦੇ ਨੇ ਸੈਲ ਦੇ ਵਿੱਚ। ਤਾਂ ਜੋ ਮੇਰਾ ਐਕਸਪੀਰੀਅੰਸ ਹੈਗਾ ਇਸ ਸੰਬੰਧ ਵਿੱਚ, ਜਿੰਨਾ ਕੁ ਮੈਂ ਪੜ੍ਹਿਆ ਹੈਗਾ, ਕਿ ਜੇ ਤੁਸੀਂ ਅਰਲੀ ਏਜ ਦੇ ਵਿੱਚ ਇਹ ਹੋਮੋਪੈਥੀ ਨੂੰ ਟਰਾਈ ਕਰ ਲਓ ਤਾਂ ਤੁਹਾਡੇ ਰਿਜ਼ਲਟ ਜਿਹੜੇ ਹੈਗੇ ਆ ਉਹ ਦੂਸਰੇ ਨਾਲੋਂ ਬੈਟਰ ਹੁੰਦੇ ਨੇ। ਠੀਕ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਬੱਚੇ ਦੀ ਐਗਜ਼ਾਮਪਲ ਦਿੰਦਾ ਹੈਗਾ। ਬੱਚਿਆਂ ਵਿੱਚ ਕੀੜਿਆਂ ਦੀ ਪ੍ਰੋਬਲਮ ਬਹੁਤ ਹੁੰਦੀ ਸੀ ਇੰਡੀਆ ਦੇ ਵਿੱਚ। ਉਹਦੇ 3-4 ਸਿੰਪਟਮ ਜਿਹੜੇ ਹੈਗੇ ਆ, ਡਾਕਟਰ ਨੇ ਤੁਹਾਨੂੰ ਪੁੱਛ ਲੈਣੇ ਨੇ ਕਿ ਬੱਚਾ ਜਿਹੜਾ ਹੈਗਾ ਦੰਦੀਆਂ ਕਿਰਚਦਾ, ਰਾਤ ਨੂੰ ਮੁੱਧਾ ਸੌਂਦਾ, ਉਹਦੇ ਨੱਕ ਵਿੱਚ ਉਂਗਲਾਂ ਮਾਰਦਾ, ਉਹਦੀ ਭੁੱਖ ਬੜੀ ਵੇਰੀਏਬਲ ਹੈ, ਉਹ ਬਹੁਤ ਚਿੜਚਿੜੇ ਸੁਭਾਅ ਦਾ ਹੈਗਾ, ਤੇ ਅਗਰ ਉਹਨੂੰ ਉਹ ਮੈਡੀਸਿਨ ਉਸ ਟਾਈਮ ਦਿੱਤੀ ਜਾਵੇ ਤਾਂ ਉਹਦਾ ਜਿਹੜੀ ਕਰੈਕਸ਼ਨ ਹੋ ਜਾਂਦੀ। ਪਰ ਇਹ ਸਾਰੀਆਂ ਜਿਹੜੀ ਤੁਸੀਂ ਸਿੰਪਟਮ ਦੱਸੇ ਹੈਗੇ ਆ, ਜਿਹੜੇ ਲੱਛਣ ਦੱਸੇ ਆ, ਇਹਦਾ ਇਲਾਜ ਆਯੁਰਵੈਦਿਕ ਵਿੱਚ ਜਾਂ ਐਲੋਪੈਥੀ 'ਚ ਤਾਂ ਸੁਣਿਆ ਨਹੀਂ ਕਦੀ। ਨਹੀਂ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਸਟੂਲ ਟੈਸਟ ਕਰਵਾ ਲੈਣਾ ਤੇ ਉਹਨਾਂ ਨੇ ਦੇਖ ਲੈਣਾ ਕਿ ਵਾਰਮਸ ਹੈ, ਤਾਂ ਉਹਨਾਂ ਨੇ ਵਾਰਮਸ ਨੂੰ ਮਾਰਨ ਵਾਲੀ ਮੈਡੀਸਿਨ ਦੇ ਦੇਣੀ ਆ ਤੇ ਉਹਦੇ ਨਾਲ ਠੀਕ ਹੋ ਜਾਣਾ। ਰੀਜ਼ਨਿੰਗ ਪ੍ਰੋਪਰ ਕੀ ਹੈਗੀ ਹੈ, ਰੀਜ਼ਨ ਕੀ ਹੈਗਾ, ਹੋਰ ਰੀਜ਼ਨ ਨੈਚੁਰਲ ਰੀਜ਼ਨ ਕੀ ਹੈਗਾ? ਮਤਲਬ ਜਿਹੜੀਆਂ ਕਰੋਨਿਕ ਬਿਮਾਰੀਆਂ ਹੁੰਦੀਆਂ ਕਈ ਵਾਰੀ, ਉਹਨਾਂ ਦੇ ਇਲਾਜ ਵੀ ਐਲੋਪੈਥੀ ਵਿੱਚ ਤਾਂ ਹੁੰਦੇ ਜੀ, ਆਪਰੇਸ਼ਨ ਕਰਾ ਲਓ। ਹਾਂਜੀ, ਨਹੀਂ ਦੇਖੋ, ਜਦੋਂ ਤਾਂ ਆਪਰੇਸ਼ਨ ਵਾਲੀ ਸਟੇਜ ਤੇ ਬੰਦਾ ਪਹੁੰਚ ਗਿਆ ਤਾਂ ਫਿਰ ਤਾਂ ਸਰਜਰੀ ਹੁੰਦੀ ਹੈ। ਪਰ ਉਸ ਤੋਂ ਪਹਿਲਾਂ ਜਦੋਂ ਤੱਕ ਫੰਕਸ਼ਨਲ ਹੈ ਉਹ, ਮੈਂ ਅਪ ਟੂ ਦੀ ਏਜ ਆਫ 35-40 ਜੇ ਤੁਸੀਂ ਹੋਮੋਪੈਥੀ ਟਰਾਈ ਕਰਦੇ ਹੋ ਤਾਂ ਮੇਰਾ ਖਿਆਲ ਹੈ ਰਿਜ਼ਲਟ ਜਿਹੜੇ ਹੈਗੇ ਉਹ ਜ਼ਿਆਦਾ ਬੈਟਰ। ਕਰੋਨਿਕ ਤੱਕ ਪਹੁੰਚਦੀ ਨਹੀਂ, ਉਹ ਕਰੋਨਿਕ ਤੱਕ ਨਹੀਂ ਪਹੁੰਚਦੀ। ਠੀਕ ਹੈ। ਪਰ ਜੇ ਤੁਸੀਂ 40 ਜਾ ਕੇ 50 ਜਾ ਕੇ
ਜਿਵੇਂ ਲੇਡੀਜ਼ ਦੀਆਂ ਗਾਇਨੀ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹ ਨਾਰਮਲੀ ਕਿ 30 ਸਟਾਰਟ ਹੋ ਜਾਂਦੀਆਂ ਨੇ, ਫਿਰ 35 ਦੇ ਵਿੱਚ ਵੱਧ ਜਾਂਦੀਆਂ ਨੇ, 40 'ਚ ਮੈਨੋਪਾਜ਼ ਸ਼ੁਰੂ ਹੋ ਜਾਂਦਾ ਹੈਗਾ, ਤਾਂ ਉਸ ਤੋਂ ਬਾਅਦ ਉਹ ਕਾਫੀ ਵੱਧ ਜਾਂਦੀਆਂ। ਇੱਕ ਹੋਰ ਦੱਸਿਓ ਜੀ ਮੈਨੂੰ, ਕਈ ਵਾਰੀ ਇੱਦਾਂ ਹੁੰਦਾ ਕਿ ਪ੍ਰੋਬਲਮ ਜ਼ਿਆਦਾ ਕਰੋਨਿਕ ਹੈਗੀ ਆ, ਫਿਰ ਵੀ ਠੀਕ ਨਹੀਂ ਹੋ ਰਿਹਾ ਬੰਦਾ, ਪੇਸ਼ੈਂਟ ਠੀਕ ਨਹੀਂ ਹੋ ਰਿਹਾ, ਉਹਨੂੰ ਉਹਨਾਂ ਦੇ ਘਰ 'ਤੇ ਜਾਂ ਜਾਣਕਾਰ ਰਿਕਮੈਂਡ ਕਰਦੇ ਆ ਕਿ ਤੁਸੀਂ ਹੋਮਿਓਪੈਥੀ ਟਰਾਈ ਕਰੋ, ਉਦੋਂ ਸਾਈਮਲਟੇਨਸਲੀ ਦੋਨੋਂ ਦਵਾਈਆਂ ਚੱਲਦੀਆਂ ਰਹਿੰਦੀਆਂ ਜਾਂ ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਹੁਣ ਐਲੋਪੈਥਿਕ ਛੱਡ ਦੇਣੀ ਆ ਅਤੇ ਫੁੱਲੀ ਡਿਪੈਂਡੈਂਟ ਹੋ ਜਾਣਾ ਹੋਮਿਓਪੈਥੀ 'ਤੇ? ਦੇਖੋ ਹੋਮਿਓਪੈਥਿਕ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ ਅਤੇ ਐਲੋਪੈਥਿਕ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ। ਫਾਰ ਐਗਜ਼ਾਮਪਲ ਜੇ ਡਾਇਬਟਿਕ ਪੇਸ਼ੈਂਟ ਹੈਗਾ, ਉਹ ਡਾਇਬਟੀਜ਼ ਦੀ ਮੈਡੀਸਿਨ ਬੰਦ ਨਹੀਂ ਕਰ ਸਕਦਾ, ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਜੇ ਉਹਦਾ ਥਾਇਰਾਇਡ ਦਾ ਪੇਸ਼ੈਂਟ ਹੈਗਾ, ਥਾਇਰਾਇਡ ਉਹ 5 ਸਾਲ ਤੋਂ ਮੈਡੀਸਿਨ ਲੈ ਰਿਹਾ ਹੈਗਾ, ਤਾਂ ਉਸ ਨੂੰ ਨਹੀਂ ਬੰਦ ਕਰਨੀ ਚਾਹੀਦੀ। ਬਲੱਡ ਪ੍ਰੈਸ਼ਰ ਹੈਗਾ, ਬਲੱਡ ਪ੍ਰੈਸ਼ਰ ਦੀ ਜੋ 5-6 ਸਾਲ ਦਾ ਤੋਂ ਮੈਡੀਸਿਨ ਲੈ ਰਿਹਾ ਤਾਂ ਉਸ ਨੂੰ ਬੰਦ ਨਹੀਂ, ਨਾਲ ਦੀ ਨਾਲ ਹੋਮਿਓਪੈਥੀ, ਨਾਲ ਦੀ ਨਾਲ ਹੋਮਿਓਪੈਥੀ। ਅੱਛਾ, ਉਹਦੇ ਨਾਲ ਕੀ ਹੁੰਦਾ ਕਿ ਜਿਵੇਂ ਜਿਵੇਂ ਤੁਹਾਡੀ ਇਮਿਊਨਿਟੀ ਬੂਸਟ ਹੁੰਦੀ ਹੈਗੀ, ਤੁਹਾਡੇ ਵਿੱਚੋਂ ਲੱਛਣ ਜਿਹੜੇ ਹੈਗੇ ਵਿਦਡਰਾਅ ਹੋਣੇ ਸ਼ੁਰੂ ਹੋ ਜਾਂਦੇ ਹੈਗੇ, ਚੇਂਜ ਆਉਣ ਲੱਗ ਪੈਂਦੀ। ਹਾਂ, ਫਿਰ ਜਦੋਂ ਲੱਗਦਾ ਵੀ ਚੇਂਜ ਆ ਰਹੀ ਹੈ ਮੇਰੇ ਵਿੱਚ, ਤਾਂ ਫਿਰ ਤੁਸੀਂ ਟੇਪਰ ਡੋਜ਼ ਕਰ ਲੈਂਦੇ ਆ, ਆਲਟਰਨੇਟਿਵਲੀ ਛੱਡ ਸਕਦੇ ਹੋ। ਹੋਮਿਓਪੈਥੀ ਬਾਰੇ ਮੈਂ ਇੱਕ ਜਗ੍ਹਾ ਕਿਤੇ ਪੜ੍ਹਿਆ ਸੀ ਜੀ ਬੜੀ ਦੇਰ ਪਹਿਲਾਂ, ਕਹਿੰਦੇ ਜੀ ਇੰਗਲੈਂਡ ਵਿੱਚ UK 'ਚ ਇੱਕ ਡਾਕਟਰ ਸੀਗੇ ਜੀ, ਉਹ ਆਪਣੇ ਪੇਸ਼ੈਂਟ ਦਾ ਹੋਮਿਓਪੈਥੀ ਨਾਲ ਇਲਾਜ ਕਰਦੇ ਸੀ, ਉਹਨਾਂ ਦੇ ਰਸ਼ ਬੜਾ ਰਹਿੰਦਾ ਸੀ, ਉੱਥੇ ਪ੍ਰੈਸ਼ਰ ਬੜਾ ਰਹਿੰਦਾ ਸੀਗਾ, ਲਾਈਨਾਂ ਲਾ ਕੇ ਲੋਕੀ ਬੈਠੇ, ਕਈ ਦਿਨ ਲਾਈਨਾਂ ਲੱਗੀ ਬੈਠੇ ਹੈਗੇ, ਅਤੇ ਉਹਨਾਂ ਦੀ ਵਾਰੀ ਨਹੀਂ ਆਉਂਦੀ, ਕਿਉਂਕਿ ਡਾਕਟਰ ਸਾਹਿਬ ਜਦੋਂ ਸਿਮਟਮ ਪੁੱਛਦੇ ਹੈਗੇ ਤਾਂ ਕਈਆਂ ਨੂੰ 2-2, 3-3, 4-4 ਘੰਟੇ ਲੱਗ ਜਾਂਦੇ, ਠੀਕ ਆ। ਫਿਰ ਉੱਥੇ ਦਵਾਈ ਦੇ ਕੇ ਉਹ ਚੇਂਜ ਦੇਖਦੇ, ਮਹਿਸੂਸ ਹੁੰਦੀ ਆ ਕਿ ਨਹੀਂ ਕੋਈ ਚੇਂਜ, ਸਵੇਰੇ ਦਵਾਈ ਦਿੱਤੀ ਆ, ਦੁਪਹਿਰ ਦੀ ਕੀ ਅਸਰ ਪਿਆ, ਸ਼ਾਮ 'ਤੇ ਕੀ ਅਸਰ ਪਿਆ। ਉਹ ਕਹਿੰਦੇ ਜੀ ਗੌਰਮੈਂਟ ਨੇ ਉਹਨਾਂ 'ਤੇ ਪਾਬੰਦੀ ਲਾਤੀ ਵੀ ਤੁਸੀਂ ਇੱਕ ਦਿਨ 'ਚ ਇੱਕ ਪੇਸ਼ੈਂਟ ਦੇਖਣਾ, ਔਰ ਉਹ ਡਾਕਟਰ ਕਹਿੰਦੇ ਸੀਗੇ ਜੀ ਇੱਕ ਪੁੜੀ ਹੀ ਦਿੰਦੇ ਸੀਗੇ ਜਾਂ ਇੱਕ ਡੋਜ਼ ਦਿੰਦੇ ਸੀ, ਉਹ ਕਹਿੰਦੇ ਜੀ ਇਹ ਹੀ ਹੈਗੀ ਆ, ਜੇ ਠੀਕ ਹੋ ਗਏ ਤਾਂ ਵੀ ਠੀਕ ਆ, ਨਹੀਂ ਠੀਕ ਹੋ ਗਏ ਤਾਂ ਵੀ ਠੀਕ ਆ। ਇੱਦਾਂ ਦੀ ਗੱਲ ਹੁੰਦੀ ਕਿ ਮਤਲਬ ਉਹ ਲਾਸਟ ਆਪਸ਼ਨ ਆ? ਦੇਖੋ 2 ਕਿਸਮ ਦਾ ਸਿਸਟਮ ਹੈਗਾ, ਇੱਕ ਹੈ ਅਕਿਊਟ ਡਿਜ਼ੀਜ਼ਸ, ਇੱਕ ਹੈਗੀਆਂ ਨੇ ਕਰੋਨਿਕ ਡਿਜ਼ੀਜ਼ਸ। ਠੀਕ ਹੈ। ਜਿਹੜੀਆਂ ਮੈਡੀਸਿਨਸ ਨੇ ਉਹ ਲੋ ਪੋਟੈਂਸੀਜ਼ ਵੀ ਨੇ ਤੇ ਉਹ ਹਾਈ ਪੋਟੈਂਸੀਜ਼ ਵੀ ਨੇ। ਇਹਦੇ 'ਚ 2 ਸਕੂਲ ਆਫ ਥਾਟ ਸੀਗੇ। ਜਿਹੜੇ ਤਾਂ ਯੂਰਪੀਅਨ ਸੀਗੇ ਉਹ ਲੋ ਪੋਟੈਂਸੀ ਮੰਨਦੇ ਸੀਗੇ, ਤੇ ਜਿਹੜੇ ਅਮਰੀਕਨ ਸੀਗੇ ਡਾਕਟਰ ਕੈਂਟ ਵਗੈਰਾ ਉਹ ਹਾਈ ਪੋਟੈਂਸੀ ਮੰਨਦੇ ਸੀ। ਠੀਕ ਹੈ। ਤਾਂ ਜਿਹੜੇ ਹਾਈ ਪੋਟੈਂਸੀ ਦੇ ਸਕੂਲ ਆਫ ਥਾਟ ਨੇ ਉਹਨਾਂ ਦੀ ਹੁੰਦੀ ਕੋਸ਼ਿਸ਼ ਕਿ ਫਾਰ ਐਗਜ਼ਾਮਪਲ ਉਹਨਾਂ ਨੇ 10 mg ਦੀ ਡੋਜ਼ ਡਿਸਾਈਡ ਕਰ ਲਈ ਹੈ, ਤਾਂ 10 mg ਦੀ ਡੋਜ਼ ਦੇਣ ਤੋਂ ਬਾਅਦ ਇਹ ਮਿਨੀਮਮ ਪੋਟੈਂਸੀ ਹੁੰਦੀ ਨਹੀਂ, ਮਿਨੀਮਮ ਪੋਟੈਂਸੀ ਤਾਂ 6 ਹੁੰਦੀ ਆ, ਅੱਛਾ, ਫਿਰ 30 ਹੁੰਦੀ ਆ, ਫਿਰ 200 ਹੈ, 1000 ਹੈ, 10 m ਹੈ ਤੇ CM ਹੈ। ਇਹ 1001 m ਉਹਦੇ ਬਰਾਬਰ ਜਿਹਨੂੰ ਕਹਿੰਦੇ ਆ। ਤਾਂ ਇਹ ਡਾਕਟਰ ਨੇ ਡਿਸਾਈਡ ਕਰਨਾ ਹੁੰਦਾ ਕਿ ਮੈਂ ਕਿਹੜੀ ਪੋਟੈਂਸੀ ਕਦੋਂ ਸਟਾਰਟ ਕਰਨੀ ਹੈਗੀ, ਠੀਕ ਹੈ, ਤੇ ਕਦੋਂ ਮੈਂ ਇਸ ਨੂੰ ਟੇਪਰ ਅਪ ਕਰਨਾ ਤੇ ਟੇਪਰ ਡਾਊਨ ਕਰਨਾ। ਇਹ ਡਿਪੈਂਡ ਕਰਦਾ ਪੇਸ਼ੈਂਟ ਦੀ ਹੈਲਥ ਤੇ, ਆਪਣੇ ਆਪ ਨਹੀਂ। ਜੇ ਉਹਦੇ 'ਚ ਬਹੁਤ ਵੱਡੀਆਂ ਪੈਥੋਲੋਜੀਕਲ ਚੇਂਜਸ ਨੇ ਤੇ ਹਾਈ ਪੋਟੈਂਸੀਜ਼ ਆਰ ਵੈਰੀ ਮਚ ਡੇਂਜਰਸ, ਨਹੀਂ ਦੇਣੀਆਂ ਚਾਹੀਦੀਆਂ। ਉੱਥੇ ਤੁਸੀਂ 30 ਨਾਲ 200 ਦੇ ਨਾਲ ਕੰਮ ਕਰਦੇ ਹੋਗੇ, ਠੀਕ ਹੈ। ਤੇ ਜਿੱਥੇ ਫੰਕਸ਼ਨਲ ਚੇਂਜਸ ਹੈਗੀਆਂ ਨੇ ਬਿਲਕੁਲ, ਤੇ ਤੁਹਾਨੂੰ ਲੱਗਦਾ ਹੈ ਕਿ ਇਹ 10 m ਟੋਲਰੇਟ ਕਰ ਲਓ, ਤਾਂ ਤੁਸੀਂ 10 m ਤੇ ਫਿਰ ਸਿੰਗਲ ਡੋਜ਼ ਹੈ। ਇਹ ਬਿਲਕੁਲ ਦਰੁਸਤ ਹੈ ਕਿ ਤੁਸੀਂ ਫਾਰ ਐਗਜ਼ਾਮਪਲ ਇੱਕ ਕਲਕੇਰੀਆ ਕਾਰਬ ਮੈਡੀਸਿਨ ਹੈ, ਉਹ ਬੱਚਿਆਂ 'ਚ ਯੂਜ਼ ਹੁੰਦੀ ਹੈਗੀ। ਬੱਚੇ ਜਿਨ੍ਹਾਂ ਨੂੰ ਬਹੁਤ ਪਸੀਨਾ ਆਉਂਦਾ ਹੈਗਾ, ਸਿਰ ਉਹਨਾਂ ਦਾ ਵੱਡਾ ਹੁੰਦਾ, ਤਪਦਾ, ਗਲੇ ਛੇਤੀ ਪੈ ਜਾਂਦੇ ਨੇ, ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਨੇ, ਕੰਮ ਖੇਡਣਾ ਨਹੀਂ ਪਸੰਦ ਕਰਦੇ, ਬਲਕੀ ਹੋ ਜਾਂਦੇ ਨੇ, ਪੇਟ ਉਹਨਾਂ ਦਾ ਸੌਸਰ ਟਾਈਪ ਹੋ ਜਾਂਦਾ, ਜੇ ਪਲੇਟ ਲੱਗੀ ਹੁੰਦੀ ਮੂਹਰੇ, ਭੁੱਖ ਬੜੀ ਵੇਰੀਏਬਲ ਹੁੰਦੀ ਹੈ ਉਹਨਾਂ ਦੀ। ਉੱਥੇ ਕੈਲਸ਼ੀਅਮ, ਉਹਨਾਂ ਦੇ ਆਂਡਾ ਖਾਣ ਦੀ ਬਹੁਤ ਰੁਚੀ ਹੁੰਦੀ ਹੈ, ਉੱਥੇ ਕੈਲਸ਼ੀਅਮ ਮੈਟਾਬੋਲਿਜ਼ਮ ਠੀਕ ਨਹੀਂ ਹੁੰਦਾ। ਉੱਥੇ ਨਾਰਮਲੀ ਜਿਹੜੇ ਅਮਰੀਕਨ ਸਕੂਲ ਆਫ ਥਾਟ ਹੈ ਉਹ ਕਹਿੰਦੇ ਤੁਸੀਂ 1 m ਜਾਂ 10 m ਦੀ ਇੱਕ ਡੋਜ਼ ਦਿਓ ਐਂਡ ਵੇਟ ਫਾਰ 40 days। ਕੁਛ ਇੱਦਾਂ ਦੀਆਂ ਹੁੰਦੀਆਂ ਜੀ, ਮੈਂ ਪ੍ਰੋਬਲਮ ਜਿਹੜੀਆਂ ਮੈਨੂੰ ਲੱਗਦਾ ਕਿ ਆਮ ਤੌਰ 'ਤੇ ਇਹ ਗੱਲ ਹੁੰਦੀ ਹੈ ਕਿ ਮਲਟੀਪਲ ਪ੍ਰੋਬਲਮਸ ਹੈ ਕਿਸੇ ਨੂੰ। ਹੋਮਿਓਪੈਥੀ 'ਚ ਕਈ ਵਾਰੀ ਉਹ ਇੱਕੋ ਦਵਾਈ ਦਿੰਦੇ, ਉਹ ਕਹਿੰਦੇ ਜੀ ਇਹਦੇ 'ਚੋਂ 4 ਜਾਂ 6 ਗੋਲੀਆਂ ਜਿਹੜੀਆਂ ਸਵੇਰੇ ਦੁਪਹਿਰੇ ਸ਼ਾਮ ਤੋਂ ਚਲੀ ਜਾਓ, ਪਰ ਉਹਨੂੰ ਪ੍ਰੋਬਲਮ ਡਿਫਰੈਂਟ ਹੈਗੀਆਂ। ਅਤੇ ਉਹ ਉਦੋਂ ਕੀ ਹੁੰਦਾ ਜੀ? ਬੇਸਿਕਲੀ ਨਾ ਜਿਹੜੀ ਮੈਡੀਸਿਨ ਹੈਗੀ ਆ ਉਹ ਤੁਹਾਡੀ ਪਰਸਨੈਲਿਟੀ ਦੀ ਮੈਡੀਸਿਨ ਹੈ। ਠੀਕ ਹੈ। ਪਰਸਨੈਲਿਟੀ ਬਿਮਾਰੀ ਦਾ ਕੋਈ ਨਹੀਂ, ਬਿਮਾਰੀ ਨਾਲ ਇਹਦਾ ਲਿੰਕ ਨਹੀਂ। ਉਹੀ ਨਾ, ਕਿਸੇ ਨੂੰ ਦੇਖੋ ਉਹਨੂੰ ਡਾਇਬਟੀਜ਼ ਵੀ ਹੈਗੀ ਆ, ਉਹਨੂੰ ਹਾਈ ਬਲੱਡ ਪ੍ਰੈਸ਼ਰ ਵੀ ਆ, ਉਹਨੂੰ ਕੋਲੈਸਟਰੋਲ ਵੀ ਹੈ, ਅਤੇ ਉਹ ਡਾਕਟਰ ਇੱਕੋ ਹੀ ਦਵਾਈ ਦਿੰਦੇ ਹੋਮਿਓਪੈਥੀ ਵਿੱਚ। ਜਦੋਂ ਐਲੋਪੈਥੀ ਜਾਓ ਤਾਂ ਉਹ ਵੱਖਰੀਆਂ ਪੁੜੀਆਂ ਬੰਨ੍ਹ ਦਿੰਦੇ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਇੱਕ ਨੈਟਰਮਿਊਰ ਮੈਡੀਸਿਨ ਹੈ,
तो नेट्रमेयर नॉर्मली लड़कियां ਨੂੰ ਦਿੰਦੇ ਆ ਮੈਡੀਸਿਨ। ਇੱਕ ਕ੍ਰੋਨਿਕ ਗਰੀਫ ਦੀ ਮੈਡੀਸਿਨ ਵੀ ਹੈਗੀ ਆ। ਅਗਰ ਪੇਸ਼ੈਂਟ ਹੈ ਉਹ ਨੈਟਰਮਿਓਰ ਦਾ ਪੇਸ਼ੈਂਟ ਹੈ ਤੇ ਚਾਹੇ ਉਹਦੇ ਵਾਲ ਝੜਦੇ ਹੋਣ, ਚਾਹੇ ਉਸ ਨੂੰ ਕੌਨਸਟੀਪੇਸ਼ਨ ਹੋਵੇ, ਚਾਹੇ ਉਹਨੂੰ ਪੀਰੀਅਡਸ ਦੀ ਪ੍ਰੋਬਲਮ ਹੋਵੇ, ਜੇ ਉਹਦੇ ਮੈਂਟਲ ਸਿੰਪਟਮ ਟੈਲੀ ਕਰਦੇ ਨੇ ਨੈਟਰਮਿਓਰ ਦੇ ਨਾਲ ਤਾਂ ਸਿੰਗਲ ਮੈਡੀਸਿਨ ਜਿਹੜੀ ਹੈਗੀ ਆ ਉਸ ਨੂੰ ਅਸੀਂ ਦਿੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ 3 ਚੀਜ਼ਾਂ ਦੇਖਦੇ ਹਾਂ ਮੈਡੀਸਿਨ ਤੋਂ ਬਾਅਦ ਕਿ ਰਿਵਰਸਲ ਆਫ ਸਿੰਪਟਮਸ, ਕਿ ਫਾਰ ਐਗਜ਼ਾਮਪਲ ਕਿਸੇ ਨੂੰ 2 ਸਾਲ ਪਹਿਲਾਂ ਬੁਖਾਰ ਚੜਿਆ ਸੀ, ਤੁਸੀਂ ਮੈਡੀਸਿਨ ਦਿੱਤੀ ਹੈਗੀ ਆ ਤਾਂ ਉਸ ਨੂੰ ਬੁਖਾਰ ਹੋ ਸਕਦਾ, ਪ੍ਰੋਬੇਬਿਲਿਟੀ ਆ। ਫਰਮ ਹੈਡ ਟੂ ਫੁੱਟ, ਕਿ ਉਸਦਾ ਜੇ ਸਿਰ ਦੁਖਦਾ ਉਹਦਾ ਸਿਰ ਠੀਕ ਹੋਣਾ ਸ਼ੁਰੂ ਹੋ ਗਿਆ, ਹੋ ਸਕਦਾ ਉਹਦੇ ਲੋਅਰ ਪੋਰਸ਼ਨ ਦੇ ਵਿੱਚ ਕਿਸੇ ਟਾਈਮ ਕੋਈ ਮਾੜੀ ਮੋਟੀ ਪ੍ਰੋਬਲਮ ਹੋਵੇ, ਰਿਵਰਸਲ ਹੈ। ਇੱਕ ਹੈਗਾ ਇੰਟਰਨਲ ਟੂ ਐਕਸਟਰਨਲ, ਕਿ ਬਹੁਤ ਉਦਾਸ ਹੈ ਨੈਟਰਮਿਓਰ ਤਾਂ ਉਸ ਤੋਂ ਬਾਅਦ ਉਹ ਖੁਸ਼ ਹੈ, ਉਸ ਨੂੰ ਲੱਗਦਾ ਕਿ ਮੇਰੀ ਲਾਈਫ ਜਿਹੜੀ ਹੈਗੀ ਆ ਇਹ ਵਧੀਆ ਹੋ ਗਈ ਆ ਤੇ ਮੈਂ ਬੈਟਰ ਮਹਿਸੂਸ ਕਰ ਰਹੀ ਹੈਗੀ ਆ। ਇਹ 3 ਚੀਜ਼ਾਂ ਮੈਡੀਸਿਨ ਦੇਣ ਤੋਂ ਬਾਅਦ ਅਸੀਂ ਦੇਖਦੇ ਹੈਗੇ ਆ। ਅਗਰ ਇਹ 3 ਚੀਜ਼ਾਂ ਰਿਵਰਸਲ ਆਫ ਸਿੰਪਟਮਸ ਹੋਣ, ਹੈਡ ਟੂ ਫੁੱਟ ਹੋ ਜਾਵੇ ਤੇ ਇੰਟਰਨਲ ਟੂ ਐਕਸਟਰਨਲ ਹੋ ਜਾਵੇ, ਫਾਰ ਐਗਜ਼ਾਮਪਲ ਬਾਅਦ ਥੋੜੀ ਬਹੁਤੀ ਸਕਿਨ ਖਰਾਬ ਹੋ ਜਾਵੇ ਉਹਦੀ, ਤਾਂ ਥੀਸ ਆਰ ਸੈਲੂਟਰੀ ਸਾਈਨਸ ਇਨ ਹੋਮਿਓਪੈਥੀ ਵਿੱਚ ਲੌਂਗ ਟਰਮ ਦਵਾਈ ਖਾਣੀ ਪੈਂਦੀ ਜੀ? ਇਹ ਡਿਪੈਂਡ ਕਰਦਾ ਕਿ ਤੁਹਾਡੀ ਬਿਮਾਰੀ ਤੇ ਆਉਣ ਤੇ ਕਿੰਨਾ ਟਾਈਮ ਲੱਗਿਆ। ਅੱਛਾ ਜੀ। ਨਾਰਮਲੀ 1.5 ਤੋਂ 2 ਸਾਲ ਦੇ ਵਿੱਚ ਕ੍ਰੋਨਿਕ ਬਿਮਾਰੀਆਂ ਜਿਹੜੀਆਂ ਰਿਸਪੌਂਡ ਕਰ ਜਾਂਦੀਆਂ ਨੇ, 1.5 ਤੋਂ 2 ਸਾਲ। ਜੇ ਬਹੁਤ ਹੀ ਕ੍ਰੋਨਿਕ ਆ, ਫਾਰ ਐਗਜ਼ਾਮਪਲ ਕੋਈ ਬੰਦਾ 15 ਸਾਲ ਤੋਂ ਬਿਮਾਰ ਹੋ ਗਿਆ, 15ਵੇਂ ਸਾਲ ਦੇ ਵਿੱਚ 10 ਸਾਲ 15 ਸਾਲ ਉਹ ਬਿਮਾਰ ਰਿਹਾ, ਪਰ ਇੱਕੋ ਦਵਾਈ ਤਾਂ ਨਹੀਂ ਰਿਕਮੈਂਡ ਕਰਦੇ ਆ, ਉਸ ਸਿੰਪਟਮ ਚੇਂਜ ਹੁੰਦੇ ਨੇ। ਸਿੰਪਟਮ ਚੇਂਜ ਹੋਣਗੇ, ਜਿਹੜੇ ਲਾਸਟ ਸਿੰਪਟਮ ਨੇ ਉੱਥੋਂ ਸਟਾਰਟ ਕਰਦੇ ਹਾਂ ਅਸੀਂ, ਉਹ ਰਿਵਰਸ ਵੱਲ ਲੈ ਕੇ ਜਾਂਦੇ ਹਾਂ। ਜਿਵੇਂ ਜਿਵੇਂ ਉਹਦੇ ਸਿੰਪਟਮ ਚੇਂਜ ਹੁੰਦੇ ਜਾਂਦੇ ਹੈਗੇ ਆ। ਇਹਦੇ 'ਚ ਕੀ ਹੁੰਦਾ ਕਿ ਪੇਸ਼ੈਂਟ ਖੁਦ ਦੱਸਦਾ ਕਿ ਮੈਂ ਬੈਟਰ ਹਾਂ। ਆਪਾਂ ਸਿਸਟਮ ਦੀ ਗੱਲ ਕਰਦੇ ਸੀਗੇ ਜੀ। ਸਿਸਟਮ ਦੇ ਵਿੱਚ ਮੈਨੂੰ ਜੋ ਪਤਾ ਲੱਗਾ ਉਹ ਇਹ ਹੈ, ਮੰਨ ਲਓ ਕੋਈ ਚਮੜੀ ਤੇ ਕੋਈ ਇੱਦਾਂ ਹੱਥ ਤੇ ਫਾਰ ਐਗਜ਼ਾਮਪਲ ਕੋਈ ਚਮੜੀ 'ਚ ਨੁਕਸ ਪੈ ਗਿਆ, ਫਿੰਸੀਆਂ ਹੋ ਗਈਆਂ, ਉਹ 'ਚ ਪਾਣੀ ਨਿਕਲਣ ਲੱਗ ਗਿਆ ਜਾਂ ਕਿੱਦਾਂ, ਡਾਕਟਰ ਕੋਲ ਹੋਮਿਓਪੈਥੀ ਦੇ ਕੋਲ ਗਏ, ਉਹਨਾਂ ਨੇ ਦਵਾਈ ਦਿੱਤੀ, ਉਹ ਘਟਣ ਦੀ ਬਜਾਏ ਵੱਧ ਗਿਆ। ਪੇਸ਼ੈਂਟ ਤਾਂ ਕਹਿੰਦਾ ਜੀ ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਆਇਆ ਸੀ ਵੀ ਇਹਨੂੰ ਠੀਕ ਕਰੋ, ਅਤੇ ਤੁਸੀਂ ਦਵਾਈ ਦਿੱਤੀ, ਮੈਨੂੰ ਤੁਹਾਡੀ ਦਵਾਈ ਜਿਹੜੀ ਆ ਉਹ ਰਾਸ ਨਹੀਂ ਆਈ, ਹੋਰ ਕੋਈ ਦਵਾਈ ਦੇਵੋ। ਇੱਦਾਂ ਹੁੰਦਾ ਕੁਛ? ਬਿਲਕੁਲ, ਇਹ ਤੁਹਾਡੀ ਗੱਲ, ਤੁਹਾਡਾ ਸਵਾਲ ਨਾ ਵਾਜਬ ਹੈ। ਸਕਿਨ ਦੇ ਕੇਸਿਸ ਦੇ ਵਿੱਚ ਡਾਕਟਰ ਪਹਿਲਾਂ ਹੀ ਵੈਸੇ ਪੇਸ਼ੈਂਟ ਨੂੰ ਦੱਸ ਦਿੰਦੇ ਨੇ ਕਿ ਇਹ ਵੱਧ ਸਕਦੀ ਆ। ਉਹਦਾ ਕਾਰਨ ਕੀ ਹੁੰਦਾ ਕਿ ਜਦੋਂ ਤੁਸੀਂ ਮੈਡੀਸਿਨ ਦੇਣੀ ਹੈਗੀ ਆ, ਉਸਨੇ ਡੀਪ ਐਕਟ ਕਰਨਾ, ਡੀਪ ਐਕਟ ਕਰਕੇ ਉਸ ਨੂੰ ਕਰੈਕਟ ਕਰਨਾ ਥੱਲਿਓਂ, ਤਾਂ ਉਸਨੇ ਸਕਿਨ 'ਤੇ ਵੱਧ ਜਾਣਾ ਹੈ। ਉਹਦੀ ਇੰਟਰਪ੍ਰੀਟੇਸ਼ਨ ਇਹ ਹੈਗੀ ਆ ਕਿ ਇਹ ਜੇ ਤੁਸੀਂ ਅੱਜ ਇਹ ਦਵਾਈ ਨਹੀਂ ਲੈਂਦੇ ਤਾਂ ਕਿਸੇ ਟਾਈਮ 'ਤੇ ਡਿਜ਼ੀਜ਼ ਦੀ ਜਿਹੜੀ ਅੱਜ ਸਤਰ ਤੁਸੀਂ ਦੇਖ ਰਹੇ ਹੋ ਇਹ ਕਿਸੇ ਟਾਈਮ ਤੁਹਾਨੂੰ ਹੋ ਸਕਦੀ, ਕ੍ਰੋਨਿਕ ਹੋ ਸਕਦੀ, ਉਨੀ ਕ੍ਰੋਨਿਕ ਹੋ ਸਕਦੀ, ਜਿੰਨੀ ਹੋਰ ਜਗ੍ਹਾ ਵੀ ਹੋ ਸਕਦੀ। ਹਾਂ, ਹੋਰ ਜਗ੍ਹਾ ਵੀ ਹੋ ਸਕਦੀ। ਇਸ ਕਰਕੇ ਸਕਿਨ 'ਤੇ ਹੁੰਦਾ ਹੈਗਾ, ਪਰ ਇਹ ਟੈਂਪਰੇਰੀ ਹੁੰਦਾ, 5-10 ਦਿਨ ਹੁੰਦਾ ਤੇ ਫਿਰ ਇਹ ਰਿਲੀਫ 'ਚ। ਹੋਮਿਓਪੈਥੀ ਸਿਸਟਮ ਦੇ ਵਿੱਚ ਜਦੋਂ ਡਾਕਟਰ ਵੱਲੋਂ ਪੇਸ਼ੈਂਟ ਦੀ ਇੰਟਰਵਿਊ ਲਈ ਜਾਂਦੀ ਜਾਂ ਉਹਨੂੰ ਪੁੱਛਿਆ ਜਾਂਦਾ ਬਿਮਾਰੀ ਬਾਰੇ, ਉਹਦੇ ਸੁਭਾਅ ਦਾ ਵੀ ਅਸਰ ਪੈਂਦਾ, ਸੁਭਾਅ ਵੀ ਮਤਲਬ ਕਾਊਂਟ ਹੁੰਦਾ ਬੰਦੇ ਦਾ। ਕੋਈ ਮੇਰੇ ਵਰਗਾ ਗਰਮ ਸੁਭਾਅ ਦਾ ਬੰਦਾ, ਜਾਂ ਕੋਈ ਡਰਾਕਲ ਹੈ, ਕੋਈ ਦਿਲ ਦਾ ਕਮਜ਼ੋਰ ਹੈ, ਜਾਂ ਕਾਹਲਾ ਪੈਣ ਵਾਲਾ ਬੰਦਾ, ਇਹ ਗੱਲਾਂ ਵੀ ਹੋਮਿਓਪੈਥੀ ਦੀ ਮੈਡੀਸਨ ਸਿਲੈਕਟ ਕਰਨ ਵਿੱਚ ਰੋਲ ਅਦਾ ਕਰਦੀਆਂ। ਤਕਰੀਬਨ ਜਿੰਨੀਆਂ ਮੈਡੀਸਿਨਸ ਨੇ ਉਹ ਪ੍ਰੂਵਿੰਗ ਵਿੱਚ ਉਹਨਾਂ ਨੇ ਆਪਣੇ ਸੁਭਾਅ ਦੱਸੇ ਹੋਏ ਨੇ। ਅੱਛਾ ਜੀ। ਉਹ ਅਸੀਂ ਸੁਭਾਅ ਨੂੰ, ਜਿਹੜੀ ਮੈਡੀਸਿਨ ਦਾ ਸੁਭਾਅ ਅਸੀਂ ਉਹ ਟੈਲੀ ਕਰ ਰਹੇ ਹੁੰਦੇ ਹਾਂ। ਫਾਰ ਐਗਜ਼ਾਮਪਲ ਕਿ ਨਕਸ ਵੋਮਿਕਾ ਹੈ ਮੈਡੀਸਿਨ, ਉਹਦਾ ਜਿਹੜਾ ਪੇਸ਼ੈਂਟ ਹੈਗਾ ਬਹੁਤ ਝਗੜਾਲੂ ਸੁਭਾਅ ਦਾ, ਉਹ ਸਵੇਰੇ ਉੱਠੂਗਾ ਤਾਂ ਵੀ ਲੜੂਗਾ, ਉਹਨੂੰ ਇੰਨਾ ਗੁੱਸਾ ਆ ਜਾਂਦਾ ਕਿ ਉਹ ਭਾਂਡੇ ਭੰਨਣ ਵੀ ਲੱਗ ਜੂਗਾ। ਪਲਸਾਟੀ ਲਾਈਕ ਮੈਡੀਸਿਨ ਹੈਗੇ, ਨਾਰਮਲੀ ਫੀਮੇਲ ਵਿੱਚ ਹੁੰਦੀ ਹੈ ਮੈਡੀਸਿਨ। ਪਲਸਾਟੀਲਾ ਦੀ ਪੇਸ਼ੈਂਟ ਇੰਨੀ ਸੌਫਟ ਹੈ ਕਿ ਉਹ ਕਿਸੇ ਨੂੰ ਨਾਰਾਜ਼ ਹੀ ਨਹੀਂ ਕਰ ਪਾਊਗਾ। ਸਟਾਫਿਸ ਐਗਰੀਆ ਮੈਡੀਸਿਨ ਹੈ, ਉਹ ਪੇਸ਼ੈਂਟ ਜਿਹੜਾ ਹੈਗਾ ਕਿ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ, ਉਹ ਅੰਦਰ ਕਰ ਲੈਂਦਾ ਤੇ ਬਿਮਾਰ ਹੋ ਜਾਂਦਾ, ਨੀਂਦ ਉਹਦੀ ਡਿਸਟਰਬ ਹੋ ਜਾਂਦੀ ਹੈਗੀ ਆ। ਕਿਸੇ ਨੇ 2 ਗੱਲਾਂ ਕਹਿ ਦਿੱਤੀਆਂ, ਕੰਟਰਾਡਿਕਸ਼ਨ ਹੋ ਗਈ ਕਿਸੇ ਨਾਲ, ਹਸਬੈਂਡ ਵਾਈਫ ਨਾਲ ਲੜ ਪਿਆ। ਜੇ ਹਸਬੈਂਡ ਸਟਾਫਿਸ ਐਗਰੀਆ ਤਾਂ ਹਸਬੈਂਡ ਨਹੀਂ ਸੌਂਗਾ, ਤੇ ਜੇ ਵਾਈਫ ਸਟਾਫਿਸ ਐਗਰੀਆ ਹੈਗੀ ਤਾਂ ਵਾਈਫ ਨੂੰ ਨੀਂਦ ਨਹੀਂ ਆਊਗੀ। ਕਰੋਨਿਕ ਤੋਂ ਕਰੋਨਿਕ ਬਿਮਾਰੀਆਂ ਕਈ ਹੁੰਦੀਆਂ ਜੀ, ਜਿਨ੍ਹਾਂ ਦੇ ਬਾਰੇ ਲੋਕੀ ਬੜੇ ਪਰੇਸ਼ਾਨ ਹੋ ਗਏ ਹੁੰਦੇ ਆ, ਦਿਲ ਛੱਡ ਗਏ ਹੁੰਦੇ ਆ। ਉਹਨਾਂ ਦਾ ਲੱਗਦਾ ਵੀ ਜੇ ਪ੍ਰੋਪਰ ਕਲਾਇੰਟ ਜਾਂ ਤੁਹਾਡਾ ਪੇਸ਼ੈਂਟ ਜਿਹੜਾ ਉਹ ਐਕਸਪਲੇਨ ਕਰਦੇ ਆਪਣੀ ਪ੍ਰੋਬਲਮ ਨੂੰ ਇਨ ਡਿਟੇਲ ਔਰ ਡਾਕਟਰ ਅੰਡਰਸਟੈਂਡ ਕਰ ਜਾਵੇ ਤਾਂ ਉਹਦਾ ਇਲਾਜ ਸੌਖਾ। ਜੇ ਉਹ ਡਿਜ਼ੀਜ਼ ਕਿਉਰੇਬਲ ਹੈ, ਕਿਉਰੇਬਲ ਹੈ, ਹਾਂਜੀ। ਕਿਉਰੇਬਲ, ਕਿਸੇ ਨੂੰ ਮਿਰਗੀ ਦਾ ਦੌਰਾ ਪਿਆ,
ਕਿਸੇ ਦਾ ਫਾਰ ਐਗਜ਼ਾਮਪਲ ਜੀ ਜਿਹੜਾ ਹੈਗਾ ਹੁੰਦਾ ਕਲੌਟ ਬਣ ਗਿਆ ਕੋਈ, ਇਹੋ ਜਿਹੀਆਂ ਗੱਲਾਂ ਵੀ ਕੋਈ ਦਿਲ ਦਿਮਾਗ ਨਾਲ ਸੰਬੰਧਿਤ ਵੀ ਸਾਰਾ ਕੁਝ ਹੁੰਦਾ। ਦੇਖੋ ਜੀ ਜਿਸ ਤਰ੍ਹਾਂ ਮਿਰਗੀ ਵਾਲੇ ਨੇ ਇਹ ਰੈਗੂਲਰ ਮੈਡੀਸਿਨ ਜਿਹੜੇ ਕਿ ਐਲੋਪੈਥੀ 'ਚ ਦਿੰਦੇ ਨੇ, ਇਹਦੇ ਵਿੱਚ ਹੋਮੋਪੈਥੀ ਦੇ ਵਿੱਚ ਬਹੁਤੇ ਜ਼ਿਆਦਾ ਕੇਸਿਸ ਮਿਰਗੀ ਦੇ ਠੀਕ ਨਹੀਂ ਹੋਏ, ਜੋ ਮੇਰਾ ਐਕਸਪੀਰੀਅੰਸ ਹੈ। ਤੇ ਵੈਸੇ ਵੀ ਇਹ ਰਿਸਕੀ ਹੁੰਦਾ ਗਾ ਕਿ ਜਦੋਂ ਮੈਡੀਸਿਨ ਦਾ ਤੁਹਾਨੂੰ ਸ਼ੋਰ ਨਾ ਹੋਵੇ ਤਾਂ ਐਸੇ ਕੇਸ ਨੂੰ ਟ੍ਰੀਟ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਐਵੇਂ ਤੁੱਕੇ ਮਾਰਨਾ ਨਹੀਂ, ਬਿਲਕੁਲ ਨਹੀਂ ਕਰਨਾ ਚਾਹੀਦਾ। ਇਹ ਜਿਹੜੀ ਮੈਂ ਦਿਲ ਦੀ ਗੱਲ ਕੀਤੀ, ਦਿਲ ਦਿਮਾਗ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਆ। ਵੈਸੇ ਤਾਂ ਸਾਰਾ ਸਰੀਰ ਹੀ ਇੰਪੋਰਟੈਂਟ, ਸਾਰੇ ਔਰਗਨ ਇੰਪੋਰਟੈਂਟ ਆ। ਆਮ ਤੌਰ 'ਤੇ ਕਹਿੰਦੇ ਨੇ ਵਾਲਵ ਬੰਦ ਹੋ ਗਏ ਆ, 2 ਬਲੌਕ ਹੋ ਗਈਆਂ ਨਾੜੀਆਂ, 3 ਹੋ ਗਈਆਂ ਬਲੌਕ, ਇਹਨਾਂ ਦਾ ਇਲਾਜ ਵੀ ਹੋਮਿਓਪੈਥੀ 'ਚ ਹੈਗਾ? ਨਹੀਂ, ਇਹਨੂੰ ਅਸੀਂ ਪੈਥੋਲੋਜੀਕਲ ਚੇਂਜਸ ਕਹਿੰਦੇ ਆ। ਇਹ ਕਿਉਂਕਿ ਲੇਟਰ ਸਟੇਜ 'ਤੇ ਆਉਂਦੀਆਂ ਨੇ। ਪੈਥੋਲੋਜੀਕਲ ਚੇਂਜਸ ਵਾਸਤੇ ਜੇ ਤੁਹਾਨੂੰ ਸਰਜਰੀ ਦੀ ਜ਼ਰੂਰਤ ਹੈ ਤਾਂ ਸਰਜਰੀ ਹੈਗੀ ਆ। ਇਹਦੇ ਵਿੱਚ ਸਿਰਫ ਪੈਲੀਏਟਿਵ ਟ੍ਰੀਟਮੈਂਟ ਦਿੱਤਾ ਜਾ ਸਕਦਾ ਹੈਗਾ ਕਿ ਜਿਸ ਤਰ੍ਹਾਂ ਕਿ ਬਲੱਡ ਥਿਨਰ ਉੱਧਰ ਦਿੰਦੇ ਹੈਗੇ ਆ, ਇਹਦੇ ਵਿੱਚ ਅਸੀਂ ਇਮਿਊਨਿਟੀ ਬੂਸਟ ਕਰਨ ਵਾਸਤੇ ਦੇ ਦਿੰਦੇ ਕਿ ਉਹ ਆਟੋਮੈਟਿਕਲੀ ਜਿਹੜਾ ਬਲੱਡ ਹੈਗਾ ਥੋੜ੍ਹਾ ਬਹੁਤਾ ਥਿਨ ਹੋ। ਮੈਨੂੰ ਇੱਕ ਦੋ ਹੋਮਿਓਪੈਥੀ ਦੇ ਮੇਰੇ ਮਿੱਤਰਾਂ ਨੇ, ਡਾਕਟਰਾਂ ਨੇ ਕਿਹਾ ਜੀ ਵੀ ਜਦੋਂ ਅਸੀਂ ਦਵਾਈ ਸਿਲੈਕਟ ਕਰਦੇ ਹਾਂ ਤਾਂ ਸਾਡਾ ਸਿੱਧਾ ਸੰਬੰਧ ਜਿਹੜਾ ਉਹ ਇੱਕ ਹਿਊਮਨ ਦੇ ਦਿਮਾਗ ਨਾਲ ਰਿਲੇਟਡ ਹੁੰਦੀ ਗੱਲ। ਹਰ ਗੱਲ ਜਿਹੜੀ ਆ, ਕਿਉਂਕਿ ਦਿਮਾਗ ਜਿਹੜਾ ਵਾ ਉਹ ਗਾਈਡ ਕਰਦਾ ਸਰੀਰ ਦੇ ਬਾਕੀ ਹਿੱਸਿਆਂ ਨੂੰ। ਹੱਥ ਮੇਰੇ ਹਿਲਦੇ ਪਏ ਆ, ਮੇਰੀਆਂ ਅੱਖਾਂ ਹਿਲਦੀਆਂ ਪਈਆਂ, ਮੇਰਾ ਮੂੰਹ 'ਚੋਂ ਆਵਾਜ਼ ਆ ਰਹੀ ਆ, ਇਹਦੀ ਡਾਇਰੈਕਸ਼ਨ ਸਾਰੀ ਦਿਮਾਗ ਤੋਂ ਮਿਲਦੀ ਹੈ। ਅਤੇ ਹੋਮਿਓਪੈਥੀ ਦਵਾਈ ਜਿਹੜੀ ਆ ਉਹ ਦਿਮਾਗ ਨੂੰ ਵੀ ਕੂਲ ਰੱਖਣ ਵਿੱਚ, ਸੌਫਟ ਰੱਖਣ ਵਿੱਚ ਸਹਾਈ ਹੁੰਦੀ ਹੈ ਤਾਂ ਕਿ ਬਾਕੀ ਜਿਹੜੇ ਔਰਗਨ ਆ ਉਹ ਪ੍ਰੋਪਰ ਵਰਕ ਕਰਦੇ ਰਹਿਣ। ਦੇਖੋ ਹਰ ਮਨੁੱਖ ਦੇ ਨਾ ਜਾਂ ਮਰੀਜ਼ ਦੇ ਫੀਅਰਸ ਨੇ ਤੇ ਉਹਦੀ ਐਂਗਜ਼ਾਇਟੀ ਹੈ। ਉਹਦੀ ਐਂਗਜ਼ਾਇਟੀ ਜਿਹੜੀ ਹੈਗੀ ਤੇ ਫੀਅਰਸ ਨੇ ਉਹ ਉਹਦੀ ਬਿਮਾਰੀ ਬਣਾਉਂਦੇ ਨੇ। ਤਾਂ ਜਿਹੜੇ ਫੀਅਰਸ ਨੇ ਉਹ ਆਪਣੇ ਆਪ ਦੱਸਦਾ। ਜਦੋਂ ਤੁਸੀਂ ਪੇਸ਼ੈਂਟ ਨੂੰ ਪੁੱਛਦੇ ਆ ਨਾ ਤਾਂ ਉਹ ਆਪ ਦੱਸਦਾ, ਉਹ ਕਹਿੰਦਾ ਵੀ ਮੈਂ ਇਕੱਲਾ ਨਹੀਂ ਰਹਿ ਸਕਦਾ। ਉਹਨੂੰ ਜੇ ਪੁੱਛੋ ਤੁਸੀਂ ਕਿਉਂ ਨਹੀਂ, ਵੀ ਮੈਨੂੰ ਲੱਗਦਾ ਮੇਰੀ ਡੈਥ ਹੋ ਜੂਗੀ, ਇੰਨਾ ਡਰ ਹੈ। ਬੜੀ ਵੱਡੀ ਗੱਲ ਹੈ। ਇੱਕ ਪੇਸ਼ੈਂਟ ਆ, ਉਹ ਕਹਿੰਦਾ ਵੀ ਮੈਂ ਪਬਲਿਕ ਸਪੀਕਰ ਆ, ਜਦੋਂ ਮੈਂ ਜਾਣਾ ਮੈਨੂੰ 10 ਵਜੇ ਪਹਿਲਾਂ ਵਾਸ਼ਰੂਮ ਜਾਣਾ ਪੈਂਦਾ। ਉਹਨੂੰ ਫੀਅਰ ਹੈ ਕਿ ਜਿਹੜੇ ਪਬਲਿਕ ਲੋਕ ਨੇ, ਹਾਲਾਂਕਿ ਉਹ ਕੰਪੀਟੈਂਟ ਬੰਦਾ, ਇਹ ਪਬਲਿਕ ਦੇ ਲੋਕ ਨੇ ਮੈਨੂੰ ਨਾ ਓਬਜ਼ਰਵ ਕਰਦੇ ਹੋਣ। ਇਹ ਜਿਹੜੇ ਫੀਅਰਸ ਨੇ ਉਸ ਰਾਤ ਨੂੰ ਸੌਂਗਾ ਨਹੀਂ। ਇਹਦਾ ਮਤਲਬ ਕਿ ਉਹਦਾ ਮਾਈਂਡ ਜਿਹੜਾ ਹੈਗਾ ਉਹ ਪਹਿਲਾਂ ਡਿਸਟਰਬ ਹੁੰਦਾ। ਮਾਈਂਡ ਡਿਸਟਰਬ ਹੋਣ ਤੋਂ ਬਾਅਦ ਤੁਹਾਡੀ ਬੋਡੀ ਡਿਸਟਰਬ ਹੁੰਦੀ ਹੈਗੀ ਆ, ਤੁਹਾਡੀ ਹਾਰਟ ਦੀ ਪਲਪੀਟੇਸ਼ਨ ਹੋ ਸਕਦੀ ਹੈਗੀ ਆ। ਹਰ ਬੰਦਾ ਜਿਹੜਾ ਹੈਗਾ ਨਾ ਉਹ 2 ਕਿਸਮ ਦਾ, ਇੱਕ ਉਹਦਾ ਪਬਲਿਕ ਫੇਸ ਹੈ, ਇੱਕ ਉਹਦੀ ਇੰਟਰਨਲ। ਜਿਹੜੀ ਹੋਮੋਪੈਥੀ ਆ ਉਹ ਇੰਟਰਨਲ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਠੀਕ, ਵੀ ਤੇਰਾ ਇੰਟਰਨਲ ਕੈਸਾ ਹੈ। ਫॉर ਐਗਜ਼ਾਮਪਲ ਤੁਹਾਨੂੰ ਦੱਸ ਦਵਾਂ ਕਿ ਇਗਨੇਸ਼ੀਆ ਮੈਡੀਸਿਨ ਹੈ, ਨਾਰਮਲੀ ਡੈਥ ਤੋਂ ਬਾਅਦ ਸ਼ੌਕ 'ਚ ਲੋਕ ਜਾਂਦੇ ਨੇ। ਬਿਲਕੁਲ, ਫਾਦਰ ਦੀ ਡੈਥ ਹੋ ਗਈ, ਬ੍ਰਦਰ ਦੀ ਡੈਥ ਹੋ ਗਈ, ਘਰ ਵਿੱਚ ਕੋਈ ਵੀ ਇੱਦਾਂ ਘਟਨਾ ਵਾਪਰ ਗਈ, ਅਗਰ ਉਹਨੂੰ ਟਾਈਮਲੀ ਅਸੀਂ ਉਹ ਇਗਨੇਸ਼ੀਆ ਮੈਡੀਸਿਨ ਦੇ ਦਈਏ ਤਾਂ ਉਹ ਉਹਦੀ ਕ੍ਰੋਨੋਸਿਟੀ 'ਚ ਨਹੀਂ ਜਾਊਗੀ। ਭੁੱਖ ਤਾਂ ਮਾਰੀ ਜਾਂਦੀ ਹੈ, ਕੰਸਟੀਪੇਸ਼ਨ ਹੋ ਜੂਗੀ, ਉਸ ਤੋਂ ਬਾਅਦ ਲਿਵਰ ਦੀ ਪ੍ਰੋਬਲਮ ਆ ਜੂਗੀ, ਕੋਈ ਪ੍ਰੋਬਲਮ ਵੀ ਨਵੀਂ ਛੇੜੀ ਜਾ ਸਕਦੀ। ਹਾਂ, ਜੇ ਤੁਸੀਂ ਹਿਸਟਰੀ ਲੈਂਦੇ ਹੋ, ਇਸੇ ਕਰਕੇ ਅਸੀਂ ਕਹਿੰਦੇ ਕਿ ਪੇਸ਼ੈਂਟ ਨੂੰ ਆਪਣੀ ਹਿਸਟਰੀ ਦੱਸੋ। ਉਹਦੇ 'ਚ ਨਾਰਮਲੀ ਕਿਤੇ ਨਾ ਕਿਤੇ ਡੈਥ ਹੁੰਦੀ ਹੈ। ਬੱਚਿਆਂ ਵਿੱਚ ਮੈਂ ਬਹੁਤ ਦੇਖਿਆ ਹੈਗਾ ਕਿ ਬੱਚੇ ਸਕੂਲ ਤੋਂ ਅਪਸੈਟ ਆਏ ਨੇ। ਇੰਡੀਆ ਦੇ ਵਿੱਚ ਬੱਚੇ ਇੱਥੇ ਤਾਂ ਹੋਰ ਕਿਸਮ ਦਾ ਟ੍ਰੀਟਮੈਂਟ ਹੈ, ਬੱਚਿਆਂ ਨੂੰ ਕੁਝ ਕਹਿੰਦੇ ਨਹੀਂ। ਇੰਡੀਆ ਦੇ ਵਿੱਚ ਬਹੁਤ ਝਿੜਕ ਵੀ ਹੈ ਤੇ ਪਨਿਸ਼ਮੈਂਟ, ਟੀਚਰ ਤੋਂ ਡਰ ਹੀ ਲੱਗਦਾ ਰਹਿੰਦਾ। ਟੀਚਰ ਤੋਂ ਡਰ, ਬੱਚੇ ਨੇ ਘਰੇ ਆ ਕੇ ਦੱਸਿਆ ਨਹੀਂ। ਨਾਰਮਲੀ ਕੀ ਹੋਇਆ ਕਿ ਅੰਦਰ ਕੁੱਟਿਆ ਰਿਹਾ, ਰਾਤ ਨੂੰ ਬੱਚਾ ਜਿਹੜਾ ਹੈਗਾ ਸੁੱਤਾ ਨਹੀਂ, ਸਵੇਰੇ ਉਹ ਰੋ ਰਿਹਾ ਹੈਗਾ ਤੇ ਫਿਰ ਉਹ ਕੀ ਕਹੂਗਾ, ਮੇਰੇ ਨਾਲ ਪੇਟ 'ਚ ਦਰਦ ਹੁੰਦਾ, ਕਿ ਉਹ ਬਹਾਨਾ ਬਣਾਉਂਦਾ ਕਿ ਮੈਂ ਜਾਵਾਂ ਨਾ। ਫਿਰ ਕੀ ਹੈਗਾ, ਉਹ ਟੀਚਰ ਦੇ ਰਵੱਈਏ। ਅਗਰ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਨਹੀਂ ਕਰੋਗੇ, ਉਹਦੇ ਫੀਅਰ ਨੂੰ ਕੱਢੋਗੇ ਨਹੀਂ ਮੈਡੀਸਿਨ ਦੇ ਨਾਲ, ਤਾਂ ਉਹ ਬੱਚਾ ਕਿਸੇ ਸਟੇਜ 'ਤੇ ਬਹੁਤ ਸ਼ਾਈ ਹੋ ਜਾਊਗਾ, ਉਹ ਚੁੱਪ ਰਹਿਣ ਲੱਗ ਜਾਊਗਾ ਔਰ ਇੰਟਰੋਵਰਟ ਹੋ ਜਾਊਗਾ। ਬਹੁਤ ਮਿਹਰਬਾਨੀ ਪ੍ਰੋਫੈਸਰ ਬਰਾੜ, ਤੁਸੀਂ ਬੜੀ ਇਸ ਸਿਸਟਮ ਦੇ ਬਾਰੇ ਬੜੀ ਵਿਸਥਾਰ ਨਾਲ ਗੱਲਾਂ ਕੀਤੀਆਂ। ਮੇਰੇ ਸਵਾਲ ਬੜੇ ਹੁੰਦੇ ਅਸਲ 'ਚ ਜੀ, ਮੁੱਕੇ ਨਹੀਂ ਅਜੇ, ਕਦੇ ਫਿਰ ਮੌਕਾ ਮਿਲਿਆ ਤਾਂ ਦੁਬਾਰਾ ਆਪਾਂ ਇਸ ਟੌਪਿਕ 'ਤੇ ਗੱਲਬਾਤ ਕਰਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ।